ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਹੋ। ਨਿਤਨੇਮ ਦੀ ਬਾਣੀ ਦੇ ਪਾਠ ਉਪਰੰਤ ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜੀਏ। ਅੱਜ ਆਪਾਂ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਵਿੱਚੋਂ ਸ਼ਲੋਕ ਨੰਬਰ 44 ਤੋਂ 46 ਤੱਕ ਸਮਝਾਂਗੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1380 ਉੱਤੇ ਦਰਜ ਹਨ। ਸ਼ਲੋਕ ਨੰਬਰ 44 ਦੇ ਅੰਦਰ ਫਰੀਦ ਸਾਹਿਬ ਨੇ ਉਹ ਜਿਹੜੀ ਪਿਛਲੀ ਵਿਚਾਰਧਾਰਾ ਉਹਨਾਂ ਦੀ ਚੱਲੀ ਆਉਂਦੀ ਏ, ਇਹ ਵਿਸ ਗੰਦਲਾਂ ਵਾਲੀ, ਉਸ ਨੂੰ ਅਜੇ ਜਾਰੀ ਰੱਖਿਆ ਹੋਇਆ ਹੈ। ਤੇ ਸਾਨੂੰ ਇਸ ਸ਼ਲੋਕ ਰਾਹੀਂ ਉਹ ਸਮਝਾਉਂਦੇ ਨੇ, ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਅੱਗੇ ਗਏ ਸਿੰਝਾਪ ਸਣ, ਚੋਟਾਂ ਖਾਸੀ ਕੌਣ। ਜਿਹੜੇ ਇਹਦੇ ਅਰਥ ਨੇ, ਜੇ ਆਪਾਂ ਸ਼ਬਦ ਅਰਥ ਵੇਖੀਏ ਤੇ ਬੜੇ ਹੀ ਆਸਾਨ ਨੇ। ਵੀ ਇੱਕ ਇਹੋ ਜਿਹੇ ਲੋਕ ਨੇ ਜਿਨ੍ਹਾਂ ਕੋਲ ਆਟਾ ਬਹੁਤ ਜ਼ਿਆਦਾ ਹੈ। ਅਗਲਾ ਦਾ ਮਤਲਬ ਹੁੰਦਾ ਜੀ ਬਹੁਤ ਜ਼ਿਆਦਾ। ਅਸੀਂ ਕਈ ਵਾਰੀ ਅਗਲਾ ਸ਼ਬਦ ਆਵੇ ਤੇ ਉਹਨੂੰ ਪਹਿਲਾਂ ਸਮਝ ਲੈਂਦੇ ਹਾਂ। ਗੁਰਬਾਣੀ ਵਿੱਚ ਇਹ ਅਗਲਾ ਸ਼ਬਦ ਬਹੁਤੇ ਲਈ ਵਰਤਿਆ ਜਾਂਦਾ ਹੈ। ਸੋ ਕਈ ਲੋਕ ਤੇ ਇਹੋ ਜਿਹੇ ਹਨ ਜਿਨ੍ਹਾਂ ਦੇ ਕੋਲ ਆਟਾ ਬਹੁਤ ਜ਼ਿਆਦਾ ਏ। ਇੱਕ ਨਾ ਨਾਹੀ ਲੋਣ, ਲੋਣ ਦਾ ਅਰਥ ਹੈ ਨਮਕ, ਲੂਣ। ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲ ਲੂਣ ਵੀ ਨਹੀਂ। ਅੱਗੇ ਗਏ ਸਿੰਝਾਪ ਸਣ, ਜਦੋਂ ਅੱਗੇ ਜਾਣਗੇ, ਅੱਗੇ ਕਿਤੇ ਜਿੱਥੇ ਵੀ ਜਗ੍ਹਾ ਹੋਏਗੀ ਸਾਡੀ ਪਹੁੰਚਣ ਵਾਲੀ ਵਾਹਿਗੁਰੂ ਜੀ ਦੀ ਦਰਗਾਹ ਵਿੱਚ, ਉੱਥੇ ਪਤਾ ਲੱਗੇਗਾ ਚੋਟਾਂ ਖਾਸੀ ਕੌਣ। ਇਹਨਾਂ ਦੋ ਪ੍ਰਕਾਰ ਦੇ ਬੰਦਿਆਂ ਵਿੱਚੋਂ ਮਾਰ ਕੌਣ ਖਾਂਦਾ। ਜਿਨ੍ਹਾਂ ਕੋਲ ਬਹੁਤਾ ਆਟਾ ਹੈ ਉਹ ਖਾਂਦੇ ਨੇ, ਕਿ ਜਿਨ੍ਹਾਂ ਕੋਲ ਲੂਣ ਵੀ ਨਹੀਂ ਉਹ ਖਾਂਦੇ ਨੇ। ਇਹ ਗੱਲ ਭਗਤ ਫਰੀਦ ਸਾਹਿਬ ਨੇ ਸ਼ਲੋਕ ਵਿੱਚ ਸਾਡੇ ਸਾਹਮਣੇ ਰੱਖੀ ਹੈ। ਜਦੋਂ ਆਪਾਂ ਭਗਤ ਜੀ ਦੇ ਸ਼ਲੋਕਾਂ ਨੂੰ ਪਿੱਛੇ ਤੱਕ ਪੜ੍ਹਦੇ ਹਾਂ, ਜਿੱਥੋਂ ਉਹਨਾਂ ਨੇ ਫਰੀਦਾ ਇਹ ਵਿਸ ਗੰਦਲਾਂ ਭਰੀਆਂ ਖੰਡ ਲਿਵਾੜ ਉਹ ਸ਼ਲੋਕ ਸ਼ੁਰੂ ਕੀਤਾ ਸੀ, ਤੇ ਉੱਥੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਵੀ ਜਿਨ੍ਹਾਂ ਕੋਲ ਪਦਾਰਥ ਬਹੁਤ ਜ਼ਿਆਦਾ ਨੇ। ਇੱਥੇ ਹੁਣ ਆਟਾ ਅਗਲਾ ਦਾ ਮਤਲਬ ਇਹ ਬਣ ਜਾਂਦਾ ਹੈ ਕਿ ਜਿਹੜਿਆਂ ਲੋਕਾਂ ਕੋਲ ਬਹੁਤ ਜ਼ਿਆਦਾ ਪਦਾਰਥ ਨੇ, ਬਹੁਤ ਜ਼ਿਆਦਾ ਰੁਪਈਆ ਪੈਸਾ ਹੈ, ਬਹੁਤ ਜ਼ਿਆਦਾ ਧਨ ਮਾਲ ਹੈ। ਇੱਕ ਪਾਸੇ ਤੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਆਪਾਂ ਦੁਨਿਆਵੀ ਲੋਕ ਆਖ ਸਕਦੇ ਹਾਂ। ਇੱਕ ਨਾ ਹੀ ਲੋਣ, ਇੱਕ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਕੋਲ, ਜਿਵੇਂ ਅਸੀਂ ਕਹਿੰਦੇ ਹਾਂ ਨਾ, ਇਹ ਤੇ ਆਟੇ 'ਚ ਲੂਣ ਵੀ ਨਹੀਂ। ਇਹਦਾ ਭਾਵ ਇਹ ਹੈ ਕਿ ਇੰਨਾ ਥੋੜ੍ਹਾ ਪਦਾਰਥ ਹੈ ਉਹਨਾਂ ਕੋਲ ਕਿ ਉਹਨਾਂ ਲੋਕਾਂ ਦੇ ਮੁਕਾਬਲੇ ਤੇ ਆਟੇ 'ਚ ਲੂਣ ਵੀ ਨਹੀਂ। ਤੇ ਜ਼ਿਆਦਾਤਰ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ ਉਹ ਰੱਬ ਦੇ ਪਿਆਰੇ ਭਗਤ ਹੁੰਦੇ ਨੇ। ਉਹ ਕਿਉਂਕਿ ਉਹ ਸੰਸਾਰਿਕ ਪਦਾਰਥਾਂ ਨੂੰ ਇਕੱਠਿਆਂ ਕਰਨ ਵਿੱਚ ਰੁਚੀ ਹੀ ਨਹੀਂ ਰੱਖਦੇ। ਇਹ ਨਹੀਂ ਕਿ ਉਹ ਇਕੱਠੇ ਕਰ ਨਹੀਂ ਸਕਦੇ ਜਾਂ ਉਹ ਕਿਰਤ ਕਰਕੇ ਕੁਝ ਇਸ ਤਰ੍ਹਾਂ ਬਣਾ ਨਹੀਂ ਸਕਦੇ ਜਿਵੇਂ ਆਪਾਂ ਬਣਾਇਆ ਹੈ। ਉਹ ਵੀ ਬਣਾ ਸਕਦੇ ਨੇ,
ਲੇਕਿਨ ਉਹਨਾਂ ਦੀ ਰੁਚੀ ਹੀ ਨਹੀਂ ਹੁੰਦੀ, ਇਸ ਪਾਸੇ ਉਹਨਾਂ ਦਾ ਧਿਆਨ ਹੀ ਨਹੀਂ ਹੁੰਦਾ। ਉਹਨਾਂ ਦਾ ਧਿਆਨ ਕੇਵਲ ਤੇ ਕੇਵਲ ਪ੍ਰਭੂ ਦੀ ਭਗਤੀ ਵਿੱਚ ਹੁੰਦਾ ਹੈ। ਉਹ ਛੋਟਾ ਮੋਟਾ ਕੋਈ ਕੰਮ ਆਪਣੀ ਧਰਮ ਦੀ ਕਿਰਤ ਜ਼ਰੂਰ ਕਰਦੇ ਨੇ, ਰੋਟੀ ਪਾਣੀ ਦੇ ਨਿਰਵਾਹ ਲਈ। ਜਿਵੇਂ ਆਪਾਂ ਬਹੁਤ ਸਾਰੇ ਭਗਤਾਂ ਦੇ ਜੀਵਨ ਜਿਹੜੇ ਗੁਰਬਾਣੀ ਵਿੱਚ ਆਏ ਨੇ, ਭਗਤ ਰਵਿਦਾਸ, ਭਗਤ ਕਬੀਰ ਜੀ, ਨਾਮਦੇਵ ਜੀ, ਇਸ ਤਰ੍ਹਾਂ ਦੇ ਜਿਹੜੇ ਭਗਤ ਨੇ, ਇਹ ਬੜੇ ਹੀ ਭਗਤੀ ਭਾਵ ਵਾਲੇ ਤੇ ਰੱਬ ਨੂੰ ਪਹੁੰਚੇ ਹੋਏ ਲੋਕ ਨੇ, ਲੇਕਿਨ ਦੁਨਿਆਵੀ ਤੌਰ ਤੇ ਕੋਲ ਕੁਝ ਵੀ ਨਹੀਂ। ਕਿਸੇ ਦੇ ਕੋਲ ਇੱਕ ਕੱਖਾਂ ਦੀ ਛਾਨ ਤੇ ਉਹ ਵੀ ਸੜ ਜਾਂਦੀ ਏ, ਕਿਸੇ ਦੇ ਕੋਲ ਉਹ ਵੀ ਨਹੀਂ ਤੇ ਉਹ ਰੋਖੇ ਠਾਈ ਬਹਿ ਕੇ ਆਪਣਾ ਟਾਈਮ ਟਪਾਉਂਦਾ, ਮਾਰ ਕੰਡੇ ਵਰਗਾ। ਗੁਰਬਾਣੀ 'ਚ ਲਿਖਿਆ ਹੈ ਜੀ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਨ ਧਰ ਮੂੰਡ ਬੁਲਾਏ। ਮਾਰਕੰਡੇ ਰਿਸ਼ੀ ਦੀ ਬੜੀ ਲੰਮੀ ਉਮਰ ਹੋਈ ਏ, ਲੇਕਿਨ ਉਹਨੇ ਸਾਰੀ ਜ਼ਿੰਦਗੀ ਕੱਖਾਂ ਦੀ ਕੁੱਲੀ ਵੀ ਨਹੀਂ ਬਣਾਈ। ਬਸ ਐਵੇਂ ਕਿਸੇ ਰੁੱਖ ਉੱਤੇ ਚਾਰ ਕਾਨੇ ਜੇ ਰੱਖ ਕੇ ਉਹਦੇ ਥੱਲੇ ਹੀ ਬਹਿ ਕੇ ਉਹਨੇ ਸਾਰੀ ਉਮਰ ਗੁਜ਼ਾਰ ਲਈ। ਤ੍ਰਿਨ ਧਰ ਮੂੰਡ ਬੁਲਾਏ, ਤ੍ਰਿਨ ਯਾਨੀ ਕੱਖ ਰੱਖ ਕੇ ਰੁੱਖ ਉੱਤੇ ਤੇ ਥੱਲੇ ਬੈਠ ਕੇ ਆਪਣਾ ਗੁਜ਼ਾਰਾ ਕੀਤਾ, ਯਾਨੀ ਸਿਮਰਨ ਭਜਨ ਵਿੱਚ ਉਹਨੇ ਸਾਰੀ ਜ਼ਿੰਦਗੀ ਲਗਾ ਦਿੱਤੀ। ਭਗਤ ਰਵਿਦਾਸ, ਉਹਨੇ ਕੋਈ ਮਹਿਲ ਮਾੜੀਆਂ ਨਹੀਂ ਪਾਈਆਂ, ਸਿਰਫ ਉਪਜੀਵਕਾ ਚਲਾਉਣ ਲਈ ਉਹ ਲੋਕਾਂ ਦੇ ਟੁੱਟੇ ਹੋਏ ਜੋੜੇ ਗੰਢ ਕੇ ਹੀ ਉਹਨੇ ਆਪਣੀ ਜ਼ਿੰਦਗੀ ਬਸਰ ਕੀਤੀ। ਕਬੀਰ ਸਾਹਿਬ ਖੱਡੀ ਬੁਣਦੇ ਰਹੇ, ਨਾਮਦੇਵ ਲੋਕਾਂ ਦੇ ਕੱਪੜੇ ਧੋਂਦੇ ਰਹੇ, ਲੇਕਿਨ ਉਹਨਾਂ ਨੇ ਸਾਡੀ ਤਰ੍ਹਾਂ ਇਹ ਸਭ ਨਹੀਂ ਕੀਤਾ। ਸੋ ਭਗਤ ਫਰੀਦ ਸਾਹਿਬ ਇਹੋ ਜਿਹੇ ਦੋ ਪ੍ਰਕਾਰ ਦੇ ਲੋਕਾਂ ਦੀ ਤੁਲਨਾ ਕਰਦੇ ਨੇ ਵੀ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਇਹ ਜ਼ਹਿਰ ਦੀਆਂ ਗੰਦਲਾਂ ਦੁਨਿਆਵੀ ਪਦਾਰਥ ਬਹੁਤ ਸਾਰੇ ਇਕੱਠੇ ਕਰ ਲਏ ਨੇ ਤੇ ਲੇਕਿਨ ਪ੍ਰਭੂ ਦੀ ਭਗਤੀ ਬਿਲਕੁਲ ਨਹੀਂ ਕੀਤੀ। ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਪਦਾਰਥਾਂ ਵੱਲੇ ਧਿਆਨ ਹੀ ਨਹੀਂ ਦਿੱਤਾ, ਲੇਕਿਨ ਸਾਰੀ ਜ਼ਿੰਦਗੀ ਪ੍ਰਭੂ ਦੀ ਭਗਤੀ ਵਿੱਚ ਲੱਗੇ ਰਹੇ ਨੇ। ਹੁਣ ਇਹ ਦੋ ਪ੍ਰਕਾਰ ਦੇ ਲੋਕਾਂ ਵਿੱਚੋਂ ਅੱਗੇ ਗਏ ਸਿੰਝਾਪ ਸਨ। ਜਦੋਂ ਕਿਤੇ ਅੱਗੇ ਜਾਵਾਂਗੇ, ਜਿੱਥੇ ਕਿਤੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਧਰਮਰਾਜ ਨੇ ਆਖ ਲਈਏ, ਸਾਡੇ ਚੰਗੇ ਤੇ ਮਾੜੇ ਕਰਮਾਂ ਦਾ ਲੇਖਾ ਜੋਖਾ ਵੇਖਣਾ ਹੈ, ਉਸ ਜਗ੍ਹਾ ਤੇ ਗਏ ਸਿੰਝਾਪ ਸਨ, ਪਹਿਚਾਣੇ ਜਾਣਗੇ। ਚੋਟਾਂ ਖਾਸੀ ਕੌਣ, ਇਹਨਾਂ ਦੋਹਾਂ ਪ੍ਰਕਾਰ ਦੇ ਲੋਕਾਂ ਵਿੱਚੋਂ ਕੌਣ ਕੁੱਟ ਖਾਏਗਾ? ਇਹਨਾਂ ਇੱਕ ਕੁਐਸਚਨ ਮਾਰ ਕੇ ਦੇ ਅੱਗੇ ਲਾ ਲਵੋ, ਚੋਟਾਂ ਖਾਸੀ ਕੌਣ, ਕਿਹਨੂੰ ਕੁੱਟ ਪਵੇਗੀ ਇਹ ਦੋ ਪ੍ਰਕਾਰ ਦੇ ਲੋਕਾਂ ਵਿੱਚੋਂ? ਤੇ ਗੱਲ ਬੜੀ ਜ਼ਾਹਰ ਜਿਹੀ ਏ, ਉਹਨਾਂ ਲੋਕਾਂ ਨੂੰ ਹੀ ਮਾਰ ਪੈਣੀ ਹੈ ਜਿਨ੍ਹਾਂ ਨੇ ਪ੍ਰਭੂ ਦੀ ਭਗਤੀ ਨਹੀਂ ਕੀਤੀ, ਕੇਵਲ ਸਾਰੀ ਜ਼ਿੰਦਗੀ ਇਸ ਦੁਨਿਆਵੀ ਪਦਾਰਥਾਂ ਵਿੱਚ ਇਹ ਜ਼ਹਿਰ ਦੀਆਂ ਗੰਦਲਾਂ ਇਕੱਠੀਆਂ ਕਰਦਿਆਂ ਹੀ ਜ਼ਿੰਦਗੀ ਟਪਾ ਦਿੱਤੀ। ਪਰ ਇੱਕ ਗੱਲ ਚੇਤੇ ਰੱਖਣਾ, ਹਮੇਸ਼ਾ ਹੀ ਗੁਰਮਤਿ ਨੇ ਇਹ ਕਦੀ ਨਹੀਂ ਆਖਿਆ ਕਿ ਤੁਸੀਂ ਧਰਮ ਦੀ ਕਿਰਤ ਕਰਕੇ ਸੋਹਣਾ ਜੀਵਨ ਨਾ ਗੁਜ਼ਾਰੋ, ਐਸਾ ਕਦੀ ਨਹੀਂ ਆਖਿਆ। ਗੁਰੂ ਸਾਹਿਬ ਆਪ ਮਹਿਲਾਂ ਵਰਗੇ ਘਰਾਂ ਵਿੱਚ ਰਹੇ ਨੇ, ਆਪ ਉਹਨਾਂ ਨੇ ਘੋੜੇ ਰੱਖੇ, ਕਲਗੀਆਂ ਲਗਾਈਆਂ, ਧੌਂਸੇ ਵਜਾਏ, ਹਾਥੀ ਤੱਕ ਰੱਖੇ ਉਹਨਾਂ ਨੇ, ਫੌਜਾਂ ਰੱਖੀਆਂ। ਉਹ ਸ਼ਹਿਨਸ਼ਾਹ ਹੋ ਗੁਜ਼ਰੇ। ਆਪਣੇ ਸਿੱਖ ਨੂੰ ਉਹ ਕਦੇ ਨਹੀਂ ਕਹਿੰਦੇ ਕਿ ਤੂੰ ਭਿਖਾਰੀਆਂ ਵਰਗਾ ਜੀਵਨ ਜਿਉਂ, ਉਹ ਕਹਿੰਦੇ ਨੇ ਤੇਰਾ ਜੀਵਨ ਬੜਾ ਸੋਹਣਾ ਤੇ ਸੁਚੱਜਾ ਹੋਣਾ ਚਾਹੀਦਾ ਹੈ, ਪਰ ਇੱਕ ਗੱਲ ਹਮੇਸ਼ਾ ਚੇਤੇ ਰੱਖੀ, ਤੇਰੀ ਕਿਰਤ ਜਿਹੜੀ ਉਹ ਧਰਮ ਦੀ ਹੋਣੀ ਚਾਹੀਦੀ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹੇਰਾ ਫੇਰੀ ਨਾ ਹੋਵੇ। ਜੇ ਉਹ ਸਭ ਕੁਝ ਹੁੰਦਾ ਹੈ ਫਿਰ ਚੋਟਾਂ ਖਾਸੀ ਕੌਣ? ਤੇਰੀ ਥਾਂ ਤੇ ਫਿਰ ਮਾਰ ਕਿੰਨੇ ਖਾਣੀ ਹੈ ਭਾਈ? ਫਿਰ ਤੈਨੂੰ ਹੀ ਮਾਰ ਖਾਣੀ ਪੈਣੀ ਹੈ।
ਜਿਹੜੇ ਪ੍ਰਭੂ ਦੀ ਭਗਤੀ ਕਰਨ ਵਾਲੇ ਨੇ, ਜਿਨ੍ਹਾਂ ਨੇ ਇਸ ਦੁਨਿਆਵੀ ਪਦਾਰਥਾਂ ਵੱਲੇ ਧਿਆਨ ਹੀ ਨਹੀਂ ਦਿੱਤਾ, ਸਾਰੀ ਜ਼ਿੰਦਗੀ ਪ੍ਰਭੂ ਦੀ ਭਗਤੀ ਕੀਤੀ ਏ, ਉਹਨਾਂ ਨੂੰ ਤੇ ਕੋਈ ਚੋਟਾਂ ਨਹੀਂ ਪੈਣਗੀਆਂ, ਉਹਨਾਂ ਨੂੰ ਤੇ ਕੋਈ ਮਾਰ ਨਹੀਂ ਪਵੇਗੀ, ਕਿਉਂਕਿ ਉਹ ਇਸ ਜ਼ਿੰਦਗੀ ਵਿੱਚ ਹੀ ਮੁਕਤ ਹੋ ਜਾਂਦੇ ਨੇ, ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਨੇ। ਆਪਾਂ ਐਤਵਾਰ ਨੂੰ ਮੁਕਤੀ ਦੀ ਗੱਲ ਕਰਨੀ ਹੈ, ਕਿਉਂਕਿ 9ਵੇਂ ਪਾਤਸ਼ਾਹ ਦੇ ਉਸ ਬਚਨ ਵਿੱਚ ਅਖੀਰਲਾ ਬਚਨ ਹੈ ਕਿ ਮੁਕਤੀ ਮਿਲ ਜਾਂਦੀ ਉਹਨਾਂ ਲੋਕਾਂ ਨੂੰ ਜਿਹੜੇ ਪ੍ਰਭੂ ਦੀ ਭਗਤੀ ਕਰਦੇ ਨੇ। ਤੇ ਉਹ ਮੁਕਤੀ ਕਿਹੜੀ ਮਿਲਦੀ, ਆਪਾਂ ਇਹਦੇ ਤੇ ਥੋੜੀ ਜਿਹੀ ਵਿਚਾਰ ਕਰਾਂਗੇ। ਸੋ ਇੱਥੇ ਹੁਣ ਗੱਲ ਇਸ 44 ਨੰਬਰ ਸ਼ਲੋਕ ਵਿੱਚ ਸਾਨੂੰ ਇਹ ਸਮਝਾਈ ਜਾ ਰਹੀ ਹੈ ਕਿ ਚਾਹੇ ਦੁਨਿਆਵੀ ਪਦਾਰਥ ਇਕੱਠੇ ਕਰੋ ਤੇ ਚਾਹੇ ਨਾ ਕਰੋ, ਉਹ ਤੁਹਾਡੀ ਮਰਜ਼ੀ ਹੈ, ਰੱਬ ਨਹੀਂ ਤੁਹਾਨੂੰ ਰੋਕਦਾ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਤੁਹਾਡੇ ਅਮਲ ਕਿਹੋ ਜਿਹੇ ਨੇ, ਤੁਹਾਡੇ ਕਰਮ ਕਿਹੋ ਜਿਹੇ ਨੇ। ਵਾਹਿਗੁਰੂ ਜੀ ਦੇ ਦਰ ਤੇ ਸਾਡੇ ਕਰਮਾਂ ਦੇ ਆਧਾਰ ਤੇ ਨਿਬੇੜਾ ਹੁੰਦਾ ਹੈ ਜੀ। ਉੱਥੇ ਮਹਾਂਪੁਰਸ਼ ਇੱਕ ਧਾਰਨਾ ਪੜ੍ਹਦੇ ਹੁੰਦੇ ਸੀ ਵੀ ਜਾਤ ਕਿਸੇ ਪੁੱਛਣੀ ਨਹੀਂ, ਉੱਥੇ ਅਮਲਾਂ ਤੇ ਹੋਣਗੇ ਨਿਬੇੜੇ। ਬਸ ਉੱਥੇ ਨਿਬੇੜੇ ਭਾਈ ਅਮਲਾਂ ਦੇ ਆਧਾਰ ਤੇ ਹੋਣੇ ਨੇ। ਕੌਣ ਕਿਸ ਜਾਤੀ ਤੋਂ ਆਇਆ, ਕਿਸ ਮੁਲਕ ਤੋਂ ਆਇਆ, ਕਿਸ ਗੁਰੂ ਦਾ ਸਿੱਖ ਸੀ, ਕਿਸੇ ਨੇ ਨਹੀਂ ਪੁੱਛਣਾ। ਪੁੱਛੀ ਜਾਣੀ ਹੈ ਤੂੰ ਅਮਲ ਕੀ ਕਮਾਏ ਨੇ, ਤੂੰ ਕਰਮ ਕੀ ਕੀਤੇ ਨੇ। ਭਗਤ ਫਰੀਦ ਜੀ ਨੇ ਸ਼ਲੋਕ ਨੰਬਰ 98 ਦੇ ਵਿੱਚ ਇਸ ਗੱਲ ਨੂੰ ਹੋਰ ਸਪਸ਼ਟ ਕੀਤਾ ਹੋਇਆ ਹੈ। ਆਪ ਜੀ ਫਰਮਾਉਂਦੇ ਨੇ, ਇਕਨਾਂ ਨੂੰ ਸਭ ਸੋਝੀ ਆਈ। ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਗੁਰੂ ਦੀ ਮੱਤ ਸੁਣ ਕੇ ਅਕਲ ਆ ਗਈ। ਸੋਝੀ ਤੋਂ ਭਾਵ ਹੁੰਦਾ ਹੈ ਅਕਲ ਆ ਜਾਣਾ, ਸਿਆਣਪ ਆ ਜਾਣੀ। ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪਰਵਾਹ। ਕੁਝ ਇਹੋ ਜਿਹੇ ਲੋਕ ਵੀ ਦੁਨੀਆ ਵਿੱਚ ਪਾਏ ਜਾਂਦੇ ਨੇ ਜਿਹੜੇ ਗੁਰੂ ਦੀ ਗੱਲ ਸੁਣ ਕੇ ਵੀ ਉਹਦੇ ਤੇ ਅਮਲ ਨਹੀਂ ਕਰਦੇ, ਉਹ ਬੇਪਰਵਾਹੀ ਵਿੱਚ ਰਹਿੰਦੇ ਨੇ, ਵੇਖੀ ਜਾਏਗੀ। ਸਾਡੇ ਚੋਂ ਆਮ ਕਰਕੇ ਬਹੁਤੇ ਲੋਕ ਨੇ ਜੀ ਜਿਹੜੇ ਇਹੀ ਗੱਲ ਕਹਿੰਦੇ ਨੇ ਕਿ ਕਰਾਂਗੇ ਭਗਤੀ ਜਦੋਂ ਰਿਟਾਇਰਮੈਂਟ ਲੈ ਲਵਾਂਗੇ, ਅਜੇ ਤੇ ਸਾਡਾ ਕੰਮ ਕਰਨ ਦਾ ਵਕਤ ਏ, ਅਜੇ ਤੇ ਅਸੀਂ ਬੱਚੇ ਵੱਡੇ ਕਰਨੇ ਨੇ, ਅਜੇ ਤੇ ਇਹਨਾਂ ਦੀ ਪੜ੍ਹਾਈ ਲਿਖਾਈ ਦਾ ਸਮਾਂ ਏ, ਇਹ ਆਪਣੇ ਪੈਰਾਂ ਤੇ ਖੜੇ ਹੋ ਜਾਣ, ਅਸੀਂ ਫਿਰ ਭਗਤੀ ਕਰਾਂਗੇ। ਕੌਣ ਜਾਣੇ ਉਹ ਸਮਾਂ ਆਉਣਾ ਹੈ ਕਿ ਨਹੀਂ ਆਉਣਾ। ਸੋ ਸਾਨੂੰ ਭਗਤੀ ਜਿਹੜੀ ਹੈ ਪ੍ਰਭੂ ਦੀ ਅੱਜ ਤੋਂ, ਹੁਣ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਏ। ਇਹਦੇ ਵਿੱਚ ਢਿੱਲ ਮੱਠ ਨਹੀਂ ਕਰਨੀ ਚਾਹੀਦੀ, ਬੇਪਰਵਾਹੀ ਵਿੱਚ ਨਹੀਂ ਫਿਰਨਾ ਚਾਹੀਦਾ ਕਿ ਕੋਈ ਨਹੀਂ ਕਰ ਲਾਂਗੇ, ਅਜੇ ਬੜਾ ਸਮਾਂ, ਇਹ ਨਹੀਂ ਸੋਚਣਾ ਚਾਹੀਦਾ। ਫਰੀਦ ਜੀ ਆਖਦੇ ਨੇ, ਅਮਲ ਜੇ ਕੀਤਿਆਂ ਦੁਨੀ ਵਿੱਚ। ਇੱਥੇ ਅਮਲਾਂ ਦਾ ਮਤਲਬ ਹੈ ਜੀ ਕਰਮ। ਜਿਹੋ ਜੇ ਕਰਮ ਕਿਸੇ ਮਨੁੱਖ ਨੇ ਇਸ ਦੁਨੀਆ ਵਿੱਚ ਰਹਿੰਦਿਆਂ ਕੀਤੇ, ਸੇ ਦਰਗਾ ਉਹ ਗਾਹਾ। ਉਹ ਗਾਹਾ ਦਾ ਮਤਲਬ ਹੁੰਦਾ ਹੈ ਗਵਾਹੀ ਭਰਨੀ, ਵਿਟਨਸ। ਇਹ ਸਾਡੇ ਜਿਹੜੇ ਕਰਮ ਨੇ, ਇਹਨਾਂ ਨੇ ਦਰਗਾਹ ਦੇ ਵਿੱਚ, ਰੱਬ ਦੇ ਘਰ ਵਿੱਚ ਸਾਡੇ ਲਈ ਗਵਾਹੀ, ਸਾਡੇ ਲਈ ਸ਼ਾਹਦੀ ਭਰਨੀ ਹੈ ਕਿ ਇਸ ਨੇ ਕੀ ਕੀਤਾ, ਇਸ ਬੰਦੇ ਨੇ ਜੋ ਵੀ ਕੀਤਾ। ਕਰਮ ਤੇ ਉਹੋ ਹੀ ਖੜੇ ਹੋਣੇ ਨੇ ਨਾ ਸਾਹਮਣੇ ਉੱਥੇ। ਇਸ ਲਈ ਭਗਤ ਫਰੀਦ ਸਾਹਿਬ ਸਾਨੂੰ ਆਖਦੇ ਨੇ ਇਸ 44 ਨੰਬਰ ਸ਼ਲੋਕ ਵਿੱਚ, ਭਾਈ ਚੰਗੇ ਕਰਮ ਕਮਾਓ, ਗੁਰੂ ਦੇ ਆਖੇ ਲੱਗ ਕੇ ਪ੍ਰਭੂ ਦੀ ਭਗਤੀ ਵਿੱਚ ਜੁੜੋ। ਹੁਣੇ ਅਸੀਂ ਸ਼ਬਦ ਸੁਣ ਰਹੇ ਸਾਂ, ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੈ ਕਾਮ। ਇਸ ਪਰਮਾਤਮਾ ਦੇ ਨਾਮ ਨੇ, ਪ੍ਰਭੂ ਦੀ ਬੰਦਗੀ ਨੇ ਹੀ ਸਾਡੇ ਕੰਮ ਵਿੱਚ ਆਉਣਾ ਹੈ। ਇਹ ਜਿਹੜੀਆਂ ਦੁਨਿਆਵੀ ਵਿਸ ਗੰਦਲਾਂ ਅਸੀਂ ਇਕੱਠੀਆਂ ਕਰ ਰਹੇ ਹਾਂ, ਇਹ ਭਲੀਆਂ ਨੇ ਜੇ ਅਸੀਂ ਨਾਲ ਨਾਮ ਜਪੀਏ। ਤੇ ਜੇ ਨਾਲ ਨਾਮ ਨਹੀਂ ਜਪਦੇ ਤੇ ਫਿਰ ਇਹ ਜ਼ਹਿਰ ਰੂਪੀ ਗੰਦਲਾਂ ਜਿਹੜੇ ਜਿਹੜੇ ਲੋਕ ਖਾਣਗੇ, ਜ਼ਹਿਰ ਖਾ ਕੇ ਮੌਤ ਹੀ ਹੁੰਦੀ ਹੈ ਭਾਈ, ਹੋਰ ਕੁਛ ਨਹੀਂ ਹੁੰਦਾ। ਸੋ ਸ਼ਲੋਕ ਨੰਬਰ 44 ਵਿੱਚ ਸਾਨੂੰ ਇਹ ਗੱਲ ਸਮਝਾਈ। ਸ਼ਲੋਕ ਨੰਬਰ 45 ਵਿੱਚ ਕੁਝ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਫਰੀਦ ਸਾਹਿਬ ਨੇ, ਜਿਹੜਿਆਂ ਲੋਕਾਂ ਦੇ ਪਾਸ ਬਹੁਤ ਕੁਝ ਸੀ। ਜਿਵੇਂ ਉੱਤੇ ਆਖਿਆ ਨਾ, ਇੱਕ ਨਾ ਆਟਾ ਅਗਲਾ ਵੀ ਬਹੁਤੇ ਪਦਾਰਥ ਨੇ। ਹੁਣ ਪਦਾਰਥਾਂ ਕੱਲਿਆਂ ਦੀ ਗੱਲ ਨਹੀਂ ਕਰਦੇ, ਕਹਿੰਦੇ ਨੇ ਪਾਸ ਦਮਾਮੇ ਛੱਤ ਸਿਰ।
ਦਮਾਮੇ ਤੋਂ ਮਤਲਬ ਹੁੰਦਾ ਧੌਂਸੇ ਨਗਾਰੇ ਵੱਡੇ ਵੱਡੇ, ਜਿਨ੍ਹਾਂ ਦੇ ਕੋਲ ਵੱਡੇ ਵੱਡੇ ਨਗਾਰੇ ਸਨ, ਜਿਨ੍ਹਾਂ ਦੇ ਦਰਬਾਰ ਵਿੱਚ ਵੱਡੇ ਵੱਡੇ ਧੌਂਸੇ ਵੱਜਦੇ ਸਨ। ਛੱਤ ਸਿਰ ਤੋਂ ਭਾਵੇਂ ਜਿਨ੍ਹਾਂ ਦੇ ਸਿਰ ਉੱਤੇ ਛਤਰ ਝੂਲਦੇ ਸਨ। ਦੁਰਯੋਧਨ ਵਰਗੇ ਰਾਜੇ ਜਿਹੜੇ ਆਪਣੇ ਆਪ ਨੂੰ ਮਹਾਬਲੀ ਅਖਵਾਉਂਦੇ ਸਨ। ਭੇਰੀ ਸੱਡੋ ਰੱਡ, ਸੱਡੋ ਤੋਂ ਮਤਲਬ ਹੈ ਫਰੀਦ ਸਾਹਿਬ ਦੀ ਲਹਿੰਦੀ ਪੰਜਾਬੀ ਦੀ ਭਾਸ਼ਾ ਹੈ। ਸੱਦ ਦਾ ਮਤਲਬ ਹੈ, ਸੱਡੋ ਦਾ ਮਤਲਬ ਹੈ ਸੱਦ। ਰੱਡ ਨਾ ਜੀ ਇੱਕ ਛੰਤ ਹੁੰਦਾ, ਇੱਕ ਕਿਸਮ ਦਾ ਛੰਤ ਹੁੰਦਾ ਜਿਹੜਾ ਗੁਰੂ ਚੌਥੇ ਪਾਤਸ਼ਾਹ ਦੀ ਵਡਿਆਈ ਵਿੱਚ ਭੱਟਾਂ ਨੇ ਵਰਤਿਆ ਹੋਇਆ। ਰੱਡ ਸ਼ਬਦ ਇਹ ਇੱਕ ਪ੍ਰਕਾਰ ਦਾ ਛੰਤ ਹੁੰਦਾ ਹੈ। ਭਾਵ ਇਹਦਾ ਇਹ ਆ ਕਿ ਜਿਨ੍ਹਾਂ ਲੋਕਾਂ ਦੇ ਦਰਬਾਰ ਵਿੱਚ ਵੱਡੇ ਵੱਡੇ ਧੌਂਸੇ ਤੇ ਨਗਾਰੇ ਵੱਜਦੇ ਸਨ, ਜਿਨ੍ਹਾਂ ਦੇ ਸਿਰ ਉੱਤੇ ਛਤਰ ਝੁਲਾਏ ਜਾਂਦੇ ਸਨ, ਜਿਨ੍ਹਾਂ ਦੇ ਦਰਬਾਰ ਵਿੱਚ ਭੱਟ ਲੋਕ, ਕਵੀ ਲੋਕ ਉਹਨਾਂ ਦੀ ਵਡਿਆਈ ਦੇ ਛੰਦ ਗਾਇਆ ਕਰਦੇ ਸਨ, ਜਿਨ੍ਹਾਂ ਦੇ ਦਰਬਾਰ ਵਿੱਚ ਸ਼ਹਿਨਾਈਆਂ ਵੱਜਿਆ ਕਰਦੀਆਂ ਸਨ। ਭੇਰੀ ਦਾ ਮਤਲਬ ਹੁੰਦਾ ਹੈ ਸ਼ਹਿਨਾਈ। ਜਾਏ ਸੁੱਤੇ ਜੀਰਾਨ ਮਹਿ ਥੀਏ ਅਤੀਮਾ ਗੱਡ, ਇੱਕ ਵਕਤ ਆਇਆ ਏਡੇ ਏਡੇ ਵੱਡੇ ਰਾਜੇ ਮਹਾਰਾਜੇ ਉਹ ਵੀ ਜੀਰਾਨ ਵਿੱਚ ਯਾਨੀ ਕਬਰਸਤਾਨ ਵਿੱਚ ਜਾ ਕੇ ਸੌਂ ਗਏ। ਥੀਏ ਅਤੀਮਾ ਗੱਡ, ਅਤੀਮਾ ਦਾ ਮਤਲਬ ਜੀ ਯਤੀਮਾਂ ਦੇ ਨਾਲ। ਗੱਡ ਮੈਨੇ ਉੱਥੇ ਦਬਾ ਦਿੱਤੇ ਗਏ ਧਰਤੀ ਵਿੱਚ, ਕਿਉਂਕਿ ਇਸਲਾਮ ਵਿੱਚ ਸਾਡੀ ਡੈੱਡ ਬਾਡੀ ਨੂੰ ਦਬਾਇਆ ਜਾਂਦਾ ਹੈ, ਮ੍ਰਿਤਕ ਸਰੀਰ ਨੂੰ ਦਬਾਇਆ ਜਾਂਦਾ ਹੈ। ਜਾਏ ਸੁੱਤੇ ਜੀਰਾਨ ਮਹਿ, ਏਡੀਆਂ ਏਡੀਆਂ ਬਾਦਸ਼ਾਹੀਆਂ ਵਾਲੇ ਉਹ ਵੀ ਆਖਰ ਕਬਰਸਤਾਨ ਵਿੱਚ ਜਾ ਕੇ ਸੌਂ ਗਏ। ਤੇ ਜਿੱਥੇ ਉਹ ਯਤੀਮ ਲੋਕ ਪਹਿਲਾਂ ਦੱਬੇ ਹੋਏ ਸਨ, ਉਹਨਾਂ ਦੇ ਨਾਲ ਹੀ ਕਿਤੇ ਇਹਨਾਂ ਨੂੰ ਵੀ 2.5 ਗਜ਼ ਜਗ੍ਹਾ ਮਿਲ ਗਈ ਤੇ ਇਹਨਾਂ ਨੂੰ ਵੀ ਉੱਥੇ ਹੀ ਦੱਬ ਦਿੱਤਾ ਗਿਆ। ਸੋ ਇਹ ਗੱਲ ਸਾਨੂੰ ਸ਼ਲੋਕ ਨੰਬਰ 45 ਵਿੱਚ ਫਰੀਦ ਸਾਹਿਬ ਸਮਝਾਉਂਦੇ ਨੇ ਕਿ ਆਖਰ ਇਸ ਸੰਸਾਰ ਨੂੰ ਆਪਾਂ ਛੱਡ ਕੇ ਜਾਣਾ, ਇੱਥੇ ਸਦਾ ਨਹੀਂ ਰਹਿਣਾ। ਵੇਖੋ ਵੱਡੇ ਵੱਡੇ ਲੋਕ ਚਲੇ ਗਏ ਨੇ, ਜਿਨ੍ਹਾਂ ਦੇ ਦਰਬਾਰ ਵਿੱਚ ਸ਼ਹਿਨਾਈਆਂ ਗੂੰਜਦੀਆਂ ਸਨ, ਧੌਂਸੇ ਤੇ ਨਗਾਰੇ ਗੂੰਜਦੇ ਸਨ, ਜਿਨ੍ਹਾਂ ਦੇ ਸਿਰ ਤੇ ਛਤਰ ਝੂਲਦੇ ਸਨ, ਉਹ ਵੀ ਇੱਕ ਤਰ੍ਹਾਂ ਯਤੀਮਾਂ ਦੀ ਤਰ੍ਹਾਂ ਕਬਰਸਤਾਨ ਵਿੱਚ ਜਾ ਕੇ ਸੌਂ ਗਏ, ਸਦਾ ਲਈ ਸੌਂ ਗਏ, ਹੁਣ ਕਦੀ ਨਹੀਂ ਉੱਠਣਗੇ। ਸ਼ਲੋਕ ਨੰਬਰ 46 ਬਿਲਕੁਲ ਇਸੇ ਭਾਵ ਦਾ ਏ। ਫਰੀਦਾ ਕੋਠੇ ਮੰਡਪ ਮਾੜੀਆਂ ਉਸਾ ਰਹਿੰਦੇ ਭੀ ਗਏ। ਕੋਠੇ ਆਪਾਂ ਸਮਝਦੇ ਹਾਂ, ਮੰਡਪ ਦਾ ਮਤਲਬ ਹੁੰਦਾ ਹੈ ਜੀ ਸ਼ਾਮਿਆਨੇ ਜਿਨ੍ਹਾਂ ਦੇ ਦਰਬਾਰਾਂ ਦੇ ਸਾਹਮਣੇ ਲੱਗੇ ਹੁੰਦੇ ਸਨ। ਮਾੜੀ ਦਾ ਮਤਲਬ ਹੁੰਦਾ ਚੁਬਾਰਿਆਂ ਵਾਲੀ ਹਵੇਲੀ। ਕੋਠੇ ਮੰਡਪ ਮਾੜੀਆਂ, ਵੱਡੇ ਵੱਡੇ ਮਕਾਨ, ਵੱਡੀਆਂ ਵੱਡੀਆਂ ਹਵੇਲੀਆਂ, ਵੱਡੇ ਵੱਡੇ ਚੁਬਾਰੇ, ਮਹਿਲ ਮਾੜੀਆਂ ਉਸਾਰ ਰਹਿੰਦੇ ਭੀ ਗਏ, ਉਸਾਰਨ ਵਾਲੇ ਵੀ ਚਲੇ ਗਏ, ਕੂੜਾ ਸੌਦਾ ਕਰ ਗਏ। ਗੋਰੀ ਆਏ ਪਏ, ਗੋਰੀ ਦਾ ਮਤਲਬ ਫਿਰ ਕਬਰਾਂ ਵਿੱਚ ਹੀ ਏ। ਉਹ ਸੰਸਾਰ ਦੇ ਵਿੱਚ ਆਏ ਤੇ ਝੂਠੀ ਕਿਸਮ ਦਾ ਇੱਕ ਸੌਦਾ ਕਰਕੇ ਸੰਸਾਰ ਚੋਂ ਚਲੇ ਗਏ। ਇਹ ਸਾਰੇ ਸੌਦੇ ਨੂੰ ਫਰੀਦ ਸਾਹਿਬ ਨੇ ਕੂੜਾ ਸੌਦਾ ਆਖਿਆ, ਝੂਠਾ ਸੌਦਾ ਆਖਿਆ। ਝੂਠਾ ਕਿਉਂ ਏ? ਕਿਉਂਕਿ ਸਾਡੇ ਨਾਲ ਨਹੀਂ ਜਾਣ ਵਾਲਾ ਕੁਝ ਵੀ ਇੱਥੋਂ। ਆਪਾਂ ਇਹ ਤੇ ਗੱਲ ਸਮਝਦੇ ਹਾਂ, ਜਦੋਂ ਆਪਾਂ ਸੰਸਾਰ ਵਿੱਚ ਆਏ ਸਾਂ ਤੇ ਸਾਨੂੰ ਇਹ ਸਰੀਰ ਮਿਲਿਆ ਸੀ। ਇੱਥੇ ਜਦੋਂ ਆਪਾਂ ਆਏ ਸਰੀਰ ਮਿਲਿਆ, ਸਭ ਤੋਂ ਪਹਿਲੀ ਗੱਲ ਮਾਤਾ ਪਿਤਾ ਮਿਲੇ, ਫਿਰ ਘਰ-ਬਾਰ ਮਿਲਿਆ, ਫਿਰ ਬਹੁਤ ਕੁਝ ਮਿਲਿਆ। ਆਪਾਂ ਆਪਣੀ ਸਾਰੀ ਜ਼ਿੰਦਗੀ ਵੱਲ ਝਾਤੀ ਮਾਰ ਕੇ ਵੇਖੀਏ, ਕਿੰਨਾ ਕੁਝ ਰੱਬ ਨੇ ਸਾਨੂੰ ਦਿੱਤਾ। ਲੇਕਿਨ ਜਦੋਂ ਆਪਾਂ ਜਾਣਾ ਹੈ, ਜਿਹੜਾ ਸਭ ਤੋਂ ਪਹਿਲੀ ਗੱਲ ਸਾਨੂੰ ਸਰੀਰ ਮਿਲਿਆ ਸੀ, ਜਾਂਦੀ ਵਾਰੀ ਇਹ ਵੀ ਨਾਲ ਨਹੀਂ ਜਾਣਾ। ਕੂੜਾ ਸੌਦਾ ਇਸ ਲਈ ਇਹ ਸਭ ਕਾਸੇ ਨੂੰ ਆਖਿਆ ਵੀ ਇੱਥੋਂ ਨਾਲ ਜਾਣ ਵਾਲੀ ਕੋਈ ਵੀ ਚੀਜ਼ ਨਹੀਂ, ਨਾ ਸਾਡਾ ਸਰੀਰ ਤੇ ਨਾ ਸਰੀਰ ਦੇ ਨਾਲ ਸੰਬੰਧਿਤ ਬਾਕੀ ਸਾਰੀਆਂ ਚੀਜ਼ਾਂ। ਇਸ ਲਈ ਉਹ ਕੂੜਾ ਸੌਦਾ ਕਰਕੇ ਇੱਥੋਂ ਚਲੇ ਗਏ, ਉਹਨਾਂ ਦੇ ਨਾਲ ਕੁਝ ਵੀ ਨਾ ਗਿਆ ਤੇ ਉਹ ਵੀ ਆਖਰ ਨੂੰ ਕਬਰਾਂ ਵਿੱਚ ਜਾ ਕੇ ਸੌਂ ਗਏ।
ਮੈਂ ਨਾ ਜੀ ਇੱਕ ਬਚਨ ਭਗਤ ਨਾਮਦੇਵ ਜੀ ਦਾ ਤੁਹਾਡੇ ਨਾਲ ਸਾਂਝਾ ਕਰਨਾ ਹੈ, ਕਿਉਂਕਿ ਅਸੀਂ ਉੱਤੇ ਹੁਣੇ ਹੀ ਗੱਲ ਕੀਤੀ ਹੈ ਕਿ ਫਰੀਦ ਸਾਹਿਬ ਨੇ ਦੋ ਤਰ੍ਹਾਂ ਦੇ ਲੋਕ ਸਾਡੇ ਸਾਹਮਣੇ ਲਿਆਂਦੇ ਨੇ। ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਦੇ ਵੱਡੇ ਵੱਡੇ ਸ਼ਾਹੀ ਦਰਬਾਰ ਨੇ ਤੇ ਬਹੁਤ ਧਨ ਪਦਾਰਥ ਉਹਨਾਂ ਕੋਲ ਏ। ਇੱਕ ਪਾਸੇ ਉਹ ਲੋਕ ਨੇ ਜਿਹੜੇ ਪ੍ਰਭੂ ਦੀ ਭਗਤੀ ਕਰਨ ਵਾਲੇ ਨੇ, ਲੇਕਿਨ ਉਹਨਾਂ ਕੋਲ ਇੰਨੇ ਵੀ ਪਦਾਰਥ ਨਹੀਂ ਉਹਨਾਂ ਦੇ ਮੁਕਾਬਲੇ ਜਿੰਨਾ ਕੁ ਆਟੇ 'ਚ ਲੂਣ ਹੁੰਦਾ ਹੈ, ਇੰਨਾ ਕੁਝ ਵੀ ਨਹੀਂ ਉਹਨਾਂ ਦੇ ਕੋਲ। ਲੇਕਿਨ ਹੁਣ ਨਾਮਦੇਵ ਸਾਨੂੰ ਕੀ ਸਮਝਾਉਂਦੇ ਨੇ ਆਪਣੀ ਬਾਣੀ ਵਿੱਚ, ਇਹ ਆਪਾਂ ਸਮਝਣਾ ਹੈ। ਆਪ ਜੀ ਫਰਮਾਉਂਦੇ ਨੇ, ਮੇਰੀ ਮੇਰੀ ਕੈਰੋਂ ਕਰਤੇ ਦੁਰਜੋਧਨ ਸੇ ਭਾਈ। ਮੇਰੀ ਮੇਰੀ ਤੋਂ ਭਾਵ ਆ ਵੀ ਮੇਰਾ ਹੈ, ਉਹ ਵੀ ਮੇਰਾ ਹੈ। ਤੇ ਆਪਾਂ ਇਹ ਤੇ ਸਮਝਦੇ ਆ ਕਿ ਜਿਹੜੇ ਕੌਰਵ ਤੇ ਪਾਂਡਵ ਸਨ ਇਹ ਦੋ ਭਰਾ ਹੀ ਸਨ, ਇੱਕ ਪਰਿਵਾਰ ਵਿੱਚੋਂ ਹੀ ਸਨ। ਕੌਰਵਾਂ ਨੇ ਸਾਰੀ ਧਰਤੀ ਦਾ ਜਿਹੜਾ ਉਹਨਾਂ ਦਾ ਇਲਾਕਾ ਸੀ, ਕੁਰੂਕਸ਼ੇਤਰ ਤੋਂ ਦਿੱਲੀ ਤੱਕ ਦਾ ਜਿੰਨਾ ਇਲਾਕਾ ਸਾਰੀ ਉੱਤੇ ਇਹਨਾਂ ਕਬਜ਼ਾ ਕੀਤਾ ਸੀ। ਪਾਂਡਵਾਂ ਨੂੰ ਇਹਨਾਂ ਨੇ ਇੱਕ ਤਰ੍ਹਾਂ ਦਾ ਬੇਦਖਲ ਕਰ ਦਿੱਤਾ ਸੀ। ਕ੍ਰਿਸ਼ਨ ਜੀ ਤੇ ਕਹਿਣ ਤੇ ਵੀ ਦੁਰਯੋਧਨ ਨੇ ਇੱਕ 5 ਪਿੰਡ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹਨਾਂ ਪਾਂਡਵਾਂ ਨੂੰ ਮੈਂ ਇੰਨੀ ਜਗ੍ਹਾ ਵੀ ਨਹੀਂ ਦੇਣੀ, ਇਹ ਰਾਜ ਮੇਰਾ ਹੈ। ਮੇਰੀ ਮੇਰੀ ਕੈਰੋਂ ਕਰਤੇ, ਇਹ ਸਭ ਮੇਰਾ ਮੇਰਾ ਕਰਦੇ ਰਹੇ ਵੀ ਉੱਥੋਂ ਤੱਕ ਜ਼ਮੀਨ ਮੇਰੀ, ਉੱਥੋਂ ਤੱਕ ਇਲਾਕਾ ਮੇਰਾ। ਉਹ ਕੈਰਮ ਕਰਦੇ ਰਹੇ ਜਿਨ੍ਹਾਂ ਦੇ ਦੁਰਯੋਧਨ ਵਰਗੇ ਏਡੇ ਵੱਡੇ ਵੱਡੇ ਬਲੀ ਭਰਾ ਸਨ। 12 ਯੋਜਨ ਛਤਰ ਚੱਲੇ ਥਾ। 12 ਯੋਜਨ, ਇੱਕ ਯੋਜਨ ਜੀ 4 ਮੀਲਾਂ ਦਾ ਹੁੰਦਾ। 12 ਯੋਜਨ ਤੋਂ ਭਾਵ ਹੋ ਗਿਆ 48 ਮੀਲ। ਛਤਰ ਚੱਲੇ ਥਾ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦੇ ਅਰਥ ਕੀਤੇ ਨੇ, ਜਦੋਂ ਇਹਨਾਂ ਦੀ ਲੜਾਈ ਹੋਈ ਕੈਰਵਾਂ ਤੇ ਪਾਂਡਵਾਂ ਦੀ ਗੁਰੂ ਨਾਮੀ ਕੁਰੂਕਸ਼ੇਤਰ ਦੇ ਇਲਾਕੇ ਵਿੱਚ, ਇਹ ਮੇਰਾ ਇਲਾਕਾ ਮੈਂ ਬੜੀ ਚੰਗੀ ਤਰ੍ਹਾਂ ਵੇਖਿਆ ਹੈ ਕਿੱਥੇ ਕਿੱਥੇ ਉਹ ਲੜੇ ਤੇ ਕਿਵੇਂ ਕਿਵੇਂ ਲੜੇ। ਅਜੇ ਨਿਸ਼ਾਨੀਆਂ ਉੱਥੇ ਮੌਜੂਦ ਨੇ ਉਸ ਵਕਤ ਦੀਆਂ। 12 ਯੋਜਨਾ ਤੱਕ 48 ਕੋਹਾਂ ਤੱਕ ਫੌਜ ਖਿਲਰੀ ਹੋਈ ਸੀ ਇਹਨਾਂ ਦੀ। ਲੇਕਿਨ ਉਹਦਾ ਹਸ਼ਰ ਕੀ ਹੋਇਆ? ਦੇਹੀ ਗਿਰਜਨ ਖਾਈ। ਅਖੀਰ ਉਸ ਮੈਦਾਨੇ ਜੰਗ ਵਿੱਚ ਹਾਲਤ ਇਹਨਾਂ ਲੋਕਾਂ ਦੀ ਉਹ ਹੋਈ ਜਿਹੜੇ ਮੇਰੀ ਮੇਰੀ ਕਰਦੇ ਸਨ, ਜਿਹੜੇ ਕਹਿੰਦੇ ਸੀ ਇਹਨਾਂ ਪਾਂਡਵਾਂ ਨੂੰ ਉੱਥੇ ਅਸੀਂ ਪੈਰ ਵੀ ਨਹੀਂ ਰੱਖਣ ਦੇਣਾ ਇਸ ਧਰਤੀ ਉੱਤੇ, ਜਿਨ੍ਹਾਂ ਦੀ ਫੌਜ ਦਾ 48 ਕੋਹਾਂ ਵਿੱਚ 48 ਮੀਲਾਂ ਵਿੱਚ ਵਿਸਥਾਰ ਸੀ। ਆਖਰ ਸਭ ਮਾਰ ਮੁਕਾਏ ਗਏ। ਦੇਹੀ ਗਿਰਜਨ ਖਾਈ। ਗਿਰਜਾਂ ਨੇ, ਕਾਵਾਂ ਕੁੱਤਿਆਂ ਨੇ ਇਹਨਾਂ ਦੀਆਂ ਦੇਹੀਆਂ ਖਾਧੀਆਂ, ਇਸ ਤਰ੍ਹਾਂ ਆਖ ਲਈਏ। ਇਹ ਹਸ਼ਰ ਹੋਇਆ ਉਹਨਾਂ ਲੋਕਾਂ ਦਾ ਜਿਹੜੇ ਕਹਿੰਦੇ ਸੀ ਇਹ ਸਭ ਕੁਝ ਮੇਰਾ ਏ। ਇੱਕ ਉਹਨਾਂ ਨੇ ਹੋਰ ਉਦਾਹਰਨ ਲਈ ਹੈ ਰਾਵਣ ਦੀ, ਭਗਤ ਨਾਮਦੇਵ ਜੀ ਨੇ। ਉਹ ਕਹਿੰਦੇ ਨੇ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ। ਅਧਿਕਾਈ ਦਾ ਮਤਲਬ ਹੁੰਦਾ ਵੱਡੇ ਬਲ ਵਾਲੇ। ਵੱਡੇ ਬਲ ਵਾਲਾ ਰਾਵਣ ਜਿਨਨੇ ਆਪਣੀ ਲੰਕਾ ਵੀ ਸੋਨੇ ਦੀ ਬਣਾਈ ਹੋਈ ਸੀ। ਕਹਾਂ ਭਇਓ ਦਰ ਬਾਂਧੇ ਹਾਥੀ, ਖਿਨ ਮਹਿ ਭਈ ਪਰਾਈ। ਕੀ ਹੋਇਆ? ਆਖਰ ਜਿਹੜਾ ਨਤੀਜਾ ਸੀ ਉਹੋ ਹੀ ਨਿਕਲਿਆ ਜਿਹੜਾ ਕੈਰਵਾਂ ਵਾਲਾ ਨਿਕਲਿਆ ਸੀ। ਇੱਕ ਛਿਣ ਦੇ ਵਿੱਚ ਇੱਕ ਆਖਰੀ ਤੀਰ ਰਾਮ ਦਾ ਵੱਜਾ ਉਹਦੀ ਨਾਭੀ ਵਿੱਚ ਤੇ ਉਹਦੀ ਮੌਤ ਹੋ ਗਈ। ਉਹ ਲੰਕਾ ਸੋਨੇ ਦੀ ਤੇ ਉਹਨੇ ਸਾੜ ਸੁੱਟੀ ਸੀ, ਹਨੂਮਾਨ ਨੇ। ਕਿੱਥੇ ਗਏ ਉਹ ਜਿਹੜੇ ਦਰ ਤੇ ਝੂਲਦੇ ਸਨ ਹਾਥੀ, ਵੱਡੀਆਂ ਫੌਜਾਂ, ਵੱਡੇ ਵੱਡੇ ਘੋੜੇ, ਇਹ ਮਹਿਲ ਮਾੜੀਆਂ, ਉਹ ਸਭ ਕਿੱਥੇ ਗਈਆਂ? ਖਿਨ ਮਹਿ ਭਈ ਪਰਾਈ। 1 ਸੈਕਿੰਡ ਲੱਗਾ ਜੀ ਉਹ ਸਭ ਕੁਝ ਪਰਾਇਆ ਹੋਣ ਨੂੰ। ਸੋ ਇਹ ਭਗਤ ਨਾਮਦੇਵ ਜੀ ਸਾਨੂੰ ਇਹ 2 ਉਦਾਹਰਨਾਂ ਆਪਣੇ ਸ਼ਬਦ ਵਿੱਚ ਲੈ ਕੇ ਸਮਝਾ ਰਹੇ ਨੇ। ਭਾਈ ਮੇਰੀ ਮੇਰੀ ਛੱਡ ਦਿਓ, ਯਾਨੀ ਇਹ ਜਿਹੜਾ ਅਪਨੱਤ, ਜਿਹੜੀ ਹਉਮੈ ਆ, ਇਸ ਦਾ ਤਿਆਗ ਕਰੋ। ਰੱਬ ਦੇ ਦਰ ਤੇ ਇਹ ਮੇਰੀ ਮੇਰੀ ਕਦੀ ਸ਼ੋਭਾ ਨਹੀਂ ਪਾਉਂਦੀ, ਯਾਨੀ ਮੇਰੀ ਮੇਰੀ ਕਰਨ ਵਾਲੇ ਲੋਕ ਸ਼ੋਭਾ ਨਹੀਂ ਪਾਉਂਦੇ। ਪਰਮੇਸ਼ਵਰ ਦੇ ਨਾਮ ਦਾ ਜਿਹੜਾ ਸੌਦਾ ਹੈ ਨਾ ਜੀ, ਉਹ ਸੱਚਾ ਸੌਦਾ ਹੈ। ਸਾਨੂੰ ਸਭਨਾਂ ਨੂੰ ਉਹ ਸੌਦਾ ਹੀ ਕਰਨਾ ਚਾਹੀਦਾ ਹੈ। ਸੱਚ ਵਪਾਰ
करो व्यापारी, दरगाह निभै खेप तुम्हारी। ਜੇ ਤੁਸੀਂ ਸੱਚ ਵਿਹਾਜੋਗੇ, ਸੱਚ ਇਕੱਠਾ ਕਰੋਗੇ, ਸਾਚੇ ਅੰਮ੍ਰਿਤ ਨਾਮ ਪ੍ਰਭੂ ਦਾ, ਜੇ ਅਸੀਂ ਉਸ ਨੂੰ ਇਕੱਠਾ ਕਰਾਂਗੇ, ਉਸ ਨੂੰ ਸਿਮਰਾਂਗੇ, ਉਸ ਨੂੰ ਵਿਹਾਜਾਂਗੇ, ਉਹ ਸੱਚਾ ਸੌਦਾ ਸਾਡੇ ਨਾਲ ਨਿਭੇਗਾ। ਲੇਕਿਨ ਜਿਹੜਾ ਇਹ ਝੂਠਾ ਸੌਦਾ ਹੈ, ਜਿਹੜਾ ਅਸੀਂ ਸੰਸਾਰ ਵਿੱਚ ਕਰਦੇ ਹਾਂ, ਇਹ ਸਾਡੇ ਨਾਲ ਨਿਭਣ ਵਾਲਾ ਨਹੀਂ। ਸੋ ਅਸੀਂ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਆਪਾਂ ਸਮਝ ਰਹੇ ਹਾਂ, ਤੇ ਸ਼ਲੋਕਾਂ ਵਿੱਚ ਜਿਹੜੇ ਉਹਨਾਂ ਨੇ ਸਾਨੂੰ ਸਿਧਾਂਤ ਦਿੱਤੇ ਨੇ, ਉਹਨਾਂ ਨੂੰ ਆਪਾਂ ਸਮਝ ਕੇ ਜੀਵਨ ਵਿੱਚ ਜ਼ਰੂਰ ਅਪਣਾਈਏ। ਸੋ ਅੱਜ ਦੀ ਵਿਚਾਰ ਵਿੱਚ ਆਪਾਂ ਇਹ ਗੱਲ ਸਮਝੀਏ ਕਿ ਸਾਨੂੰ ਆਪਣੀ ਜ਼ਿੰਦਗੀ ਅੰਦਰ ਚੰਗੇ ਅਮਲ ਕਰਨੇ ਚਾਹੀਦੇ ਨੇ, ਚੰਗੇ ਕਰਮ ਕਮਾਉਣੇ ਚਾਹੀਦੇ ਨੇ, ਮਾੜਿਆਂ ਕਰਮਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਆਪਣੀ ਧਰਮ ਦੀ ਕਿਰਤ ਕਰਕੇ ਸਾਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਚਾਹੀਦਾ ਹੈ। ਵੱਡਿਆਂ ਲੋਕਾਂ ਵੱਲ ਵੇਖਣ ਦੀ ਜ਼ਰੂਰਤ ਨਹੀਂ। ਵੱਡੇ ਮੁਬਾਰਕ ਨੇ, ਉਹਨਾਂ ਨੂੰ ਵੱਡਾਪਨ ਵੀ ਮੁਬਾਰਕ ਹੈ, ਲੇਕਿਨ ਅਸੀਂ ਤੇ ਆਪਣਾ ਆਪਾ ਵੇਖੀਏ, ਕਿਸੇ ਵੱਲ ਝਾਤੀ ਮਾਰਨ ਦੀ ਲੋੜ ਨਹੀਂ। ਅੱਜ ਦੀ ਇਸ ਵਿਚਾਰ ਵਿੱਚ ਸਾਨੂੰ ਇਹ ਵੀ ਗੱਲ ਸਮਝ ਪੈ ਗਈ ਕਿ ਏਡੇ ਏਡੇ ਵੱਡੇ ਲੋਕ ਜਿਨ੍ਹਾਂ ਦੇ ਸਿਰ ਤੇ ਛਤਰ ਝੂਲਦੇ ਸਨ, ਜਿਨ੍ਹਾਂ ਦੇ ਦਰਬਾਰਾਂ ਵਿੱਚ ਧੌਂਸੇ ਤੇ ਨਗਾਰੇ ਵੱਜਦੇ ਸਨ, ਜਿਨ੍ਹਾਂ ਦੇ ਬੂਹੇ ਤੇ ਫੌਜਾਂ ਸਲਾਮੀ ਦਿੰਦੀਆਂ ਸਨ, ਜਿਨ੍ਹਾਂ ਦੇ ਦਰਵਾਜ਼ੇ ਤੇ ਹਾਥੀ ਝੂਲਦੇ ਸਨ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ, ਉਹ ਵੀ ਕਬਰਾਂ ਵਿੱਚ ਜਾ ਕੇ ਸੌਂ ਗਏ ਨੇ ਤੇ ਫਿਰ ਕਦੀ ਉੱਠ ਕੇ ਵਾਪਸ ਨਹੀਂ ਆਏ। ਕਦੀ ਨਹੀਂ ਉਹਨਾਂ ਆ ਕੇ ਵੇਖਿਆ ਸਾਡੇ ਹਾਥੀ ਘੋੜੇ ਕਿੱਥੇ ਨੇ। ਸੋ ਆਪਾਂ ਕੋਸ਼ਿਸ਼ ਕਰੀਏ ਧਰਮ ਦੀ ਕਿਰਤ ਕਰਨ ਦੇ ਨਾਲ ਨਾਲ ਪ੍ਰਭੂ ਦੀ ਭਗਤੀ ਕਰਿਆ ਕਰੀਏ, ਤਾਂ ਜੋ ਸਾਡਾ ਇਹ ਮਨੁੱਖਾ ਜੀਵਨ ਸਫਲ ਜੀਵਨ ਬਣ ਸਕੇ। ਇਨ੍ਹਾਂ ਸ਼ਬਦਾਂ ਨਾਲ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ। ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।